ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਤੁਹਾਨੂੰ ਅੱਜ ਸਿੱਧੂ ਬਾਈ ਚੈਨਲ 'ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਸਾਖੀ ਸ਼ੁਰੂ ਕਰਦੇ ਹਾਂ। ਅੱਜ ਪਹਿਲੇ ਦਿਨ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਰੀ ਜਨਮ ਸਾਖੀ ਮੁੱਢ ਤੋਂ ਲੈ ਕੇ ਅਖੀਰ ਤੱਕ ਜਿਹੜਾ ਸੁਣੂਗਾ ਉਹਦੇ ਸਾਰੇ ਕਾਰਜ ਵਿਗੜੇ ਹੋਏ ਰਾਸ ਹੋਣਗੇ, ਉਹਦੀਆਂ ਮਨੋਕਾਮਨਾ ਸੰਪੂਰਨ ਹੋਣਗੀਆਂ, ਉਹਦਾ ਜ਼ਿੰਦਗੀਨਾਮਾ ਸੁਧਰੂ, ਜੋ ਜ਼ਿੰਦਗੀ ਆ ਉਹਦੇ ਵਿੱਚ ਸੁੱਖ ਪ੍ਰਾਪਤ ਹੋਣਗੇ। ਜਿਹੜਾ ਇਹ ਕਥਾ ਸੁਣੂਗਾ ਮੁੱਢ ਤੋਂ ਲੈ ਕੇ ਸਿਰੇ ਤਾਈਂ ਰੋਜ਼ 1 ਘੰਟੇ ਦੀ ਕਥਾ ਪਾਇਆ ਕਰਾਂਗੇ। ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਹ ਸਾਰੀ ਸੰਗਤ ਨੇ ਸੁਣਨੀ ਆ। ਪ੍ਰੇਮ ਦੇ ਨਾਲ ਟਾਈਮ ਕੱਢ ਕੇ ਸੁਣ ਲਿਆ ਕਰੋ। ਹਨੇਰੇ ਸਵੇਰੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਜੋ ਵੀ ਮੰਗੋਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਉਹੀ ਮਿਲੂਗਾ। ਹੁਣ ਕਥਾ ਸ਼ੁਰੂ ਕਰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲੋਂ ਜਿਹੜਾ ਸਮਾਂ ਸੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਪਹਿਲਾਂ ਹਿੰਦੁਸਤਾਨ ਦੀ ਦਿਸ਼ਾ ਕੀ ਸੀ? ਹਿੰਦੁਸਤਾਨ ਦੀ ਦਿਸ਼ਾ ਸੀ ਕਿ ਕਦੀ ਸਾਰੇ ਹਿੰਦੁਸਤਾਨ ਵਿੱਚ ਬੁੱਧ ਧਰਮ ਦਾ ਬੋਲਬਾਲਾ ਸੀ ਅਤੇ ਬੁੱਧ ਮਤ ਦੇ ਚੰਗੇ ਅਸੂਲਾਂ ਦੇ ਕਾਰਨ ਦੇਸ਼ ਦੀ ਰਾਜ ਸੀ। ਧਾਰਮਿਕ ਅਤੇ ਸਮਾਜਿਕ ਦਿਸ਼ਾ ਚੰਗੀ ਸੀ। ਲੋਕ ਸੱਤਵਾਦੀ ਅਤੇ ਮਿਹਨਤੀ ਸਨ। ਪਰ ਈਸਵੀ ਦੀ 8ਵੀਂ ਸਦੀ ਦੇ ਸ਼ੁਰੂ ਵਿੱਚ ਸ਼ੰਕਰਾਚਾਰਿਆ ਜਿਹੇ ਹਿੰਦੂ ਸੁਧਾਰਕਾਂ ਦੇ ਯਤਨਾਂ ਨਾਲ ਬੁੱਧ ਮਤ ਕਮਜ਼ੋਰ ਹੋਣ ਲੱਗਿਆ। ਹੌਲੀ ਹੌਲੀ ਉਸ ਦਾ ਵਿਸਾਲ ਅਤੇ ਖਿਲਰਿਆ ਸਰੀਰ ਸੁੰਗੜ ਗਿਆ। ਬੁੱਧ ਮਤ ਚੀਨ ਅਤੇ ਬ੍ਰਹਮਾ ਵੱਲ ਚਲਿਆ ਗਿਆ। ਹੁਣ ਚੀਨ ਦੇ ਵਿੱਚ ਬੁੱਧ ਮਤ ਬਹੁਤ ਹੈ, ਮੱਠ ਬਹੁਤ ਆ। ਉੱਥੇ ਮੱਠ ਆਪਣੇ ਵੀ ਹੈਗੇ, ਪਰ ਬੁੱਧ ਮਤ ਆਪਣੇ ਪਹਿਲਾਂ ਬਹੁਤ ਸੀ। ਇਹ ਚਲਿਆ ਗਿਆ। ਸ਼ੰਕਰਾਚਾਰਿਆ ਨੇ ਵੇਦਾਂ ਅਤੇ ਉਸ ਦੇ ਸੰਬੰਧਕ ਪ੍ਰਾਚੀਨ ਗ੍ਰੰਥਾਂ ਦੀਆਂ ਲਿਖਤਾਂ ਦਾ ਪ੍ਰਚਾਰ ਕਰਨ ਦੇ ਨਾਲ ਉਸਨੇ ਬ੍ਰਾਹਮਣਾਂ ਨੂੰ ਹਵਾ ਦਿੱਤੀ। ਜਾਤੀ ਵੰਡ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਹਿੰਦ ਦੀ ਮਨੁੱਖਤਾ ਦੇ 4 ਹਿੱਸੇ ਕੀਤੇ ਗਏ: ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ। 4 ਵਰਨਾਂ ਦੇ ਵਿੱਚ ਲੋਕ ਵੰਡ ਦਿੱਤੇ। ਬ੍ਰਾਹਮਣ ਸਭ ਤੋਂ ਉੱਚੇ ਅਤੇ ਸ਼ੂਦਰ ਸਭ ਤੋਂ ਨੀਵੇਂ ਮਿਥੇ ਜਾਂਦੇ ਸਨ। ਬ੍ਰਾਹਮਣ ਪੜ੍ਹਿਆ ਲਿਖਿਆ ਅਤੇ ਚੰਗੇਰੀ ਸੂਝ ਵਾਲਾ ਸੀ। ਲਾਲਚ ਦੇ ਅਧੀਨ ਹੋ ਕੇ ਉਸਨੇ ਅਨਪੜ੍ਹ ਅਤੇ ਮੂਰਖ ਲੜਾਕੇ ਰਾਜਿਆਂ ਅਤੇ ਸਰਦਾਰਾਂ ਨੂੰ ਆਪਣੇ ਹੱਥ ਕਰ ਲਿਆ। ਜਿਹੜੇ ਵੱਡੇ ਵੱਡੇ ਸਰਦਾਰ ਸੀ ਅਤੇ ਰਾਜੇ, ਕਿਉਂਕਿ ਪੰਡਤ ਕਹਿੰਦੇ ਸੀ ਅਸੀਂ ਪੜ੍ਹੇ ਲਿਖੇ ਹਾਂ, ਪੱਤਰੀਆਂ ਖੋਲ੍ਹਦੇ ਸੀ, ਦੱਸਦੇ ਸੀ ਸਭ ਕੁਛ, ਅਤੇ ਲੋਕ ਇਹਨਾਂ ਨੂੰ ਮੰਨਣ ਲੱਗ ਗਏ। ਸ਼ੂਦਰ ਲੋਕ ਸੀ ਜਿਹੜੇ ਉਹ ਸਾਰਿਆਂ ਤੋਂ ਨੀਵੇਂ ਸੀ। ਇਹਨਾਂ ਤੋਂ ਕੰਮ ਧੰਦਾ ਕਰਾਇਆ ਜਾਂਦਾ ਸੀ। ਬਸ ਨਾ ਇਹ ਪੜ੍ਹ ਸਕਦੇ ਸੀ, ਨਾ ਇਹ ਲਿਖ ਸਕਦੇ, ਨਾ ਇਹ ਮੰਨੇ ਜਾਂਦੇ ਸੀ। ਬਹੁਤ ਭੈੜੀ ਹਾਲਤ ਸੀ ਸ਼ੂਦਰਾਂ ਦੀ। ਸਤਿਕਾਰਿਆ ਅਤੇ ਕੁਦਰਤੀ ਉਹਨਾਂ ਦੀ ਉਪਮਾ ਵਿੱਚ ਪੁਰਾਣਾ ਜਿਹੇ ਗ੍ਰੰਥ ਰਚੇ। ਜਦੋਂ ਰਾਜਿਆਂ ਨੇ ਬ੍ਰਾਹਮਣ ਨੂੰ ਸਤਿਕਾਰਿਆ ਤਾਂ ਕੁਦਰਤੀ ਗੱਲ ਸੀ ਕਿ ਆਮ ਜਨਤਾ ਬ੍ਰਾਹਮਣਾਂ ਨੂੰ ਪੂਜਣ ਲੱਗ ਗਈ। ਚਲਾਕ ਬ੍ਰਾਹਮਣਾਂ ਨੇ ਜਨਤਾ ਕੋਲੋਂ ਪੂਜਾ ਅਤੇ ਸਤਿਕਾਰ ਲੈਣ ਬਦਲੇ ਅਣਡਿੱਠ ਅਤੇ ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਪੂਜਾ ਵੱਲੋਂ ਲੋਕਾਂ ਦੀ ਰੁਚੀ ਹਟਾ ਦਿੱਤੀ। ਲੋਕ ਪਹਿਲਾਂ ਵਾਹਿਗੁਰੂ ਨੂੰ ਮੰਨਦੇ ਸੀਗੇ ਅਤੇ ਪੰਡਤਾਂ ਨੇ, ਬ੍ਰਾਹਮਣਾਂ ਨੇ, ਪੜ੍ਹਿਆ ਲਿਖਿਆ ਨੇ ਨਾ ਆਪਦੇ ਆਪ ਚਲਾਕ ਹੋਣ ਦੇ ਨਾਤੇ ਲੋਕਾਂ ਨੂੰ ਵਾਹਿਗੁਰੂ ਨੂੰ ਮੰਨਣੋਂ ਉਠਾ ਦਿੱਤਾ ਅਤੇ ਪੱਥਰ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ। ਪੱਥਰ ਦੀਆਂ ਮੂਰਤੀਆਂ ਅੱਜ ਵੀ ਮੰਨੀ ਜਾਂਦੇ ਆ ਹਿੰਦੂ। ਉਹਨਾਂ ਮੂਰਤੀਆਂ ਨੂੰ ਦੇਵਤੇ ਅਤੇ ਦੇਵੀਆਂ ਸਾਬਤ ਕਰਕੇ ਉਹਨਾਂ ਦੀ ਪੂਜਾ ਕਰਾਉਣ ਲੱਗੇ, ਜਿਸ ਦਾ ਫਲ ਇਹ ਹੋਇਆ ਕਿ ਹਿੰਦ ਦੇ ਲੋਕ ਪੱਥਰ ਪੂਜਾ ਹੋ ਗਏ।
ਹਿੰਦੁਸਤਾਨ ਦੇ ਜਿਹੜੇ ਲੋਕ ਸੀ ਨਾ ਸਾਰੇ ਪੱਥਰ ਪੂਜਣ ਲੱਗ ਪਏ। ਦੇਵੀ ਦੇਵਤਿਆਂ ਦੀ ਕੋਈ ਹੱਦ ਨਾ ਰਹੀ। ਮਨੁੱਖ ਜਾਤੀ ਦੀ ਵੰਡ ਚੌਂ ਹਿੱਸਿਆਂ ਤੋਂ ਵੀ ਖਿੱਲਰ ਕੇ ਸਾਧ ਸੰਗਤ ਕਈਆਂ ਹਿੱਸਿਆਂ ਵਿੱਚ ਵੰਡੀ ਗਈ। ਕਿਸੇ ਸਿਆਣੇ ਨੇ ਕਿਹਾ, ਜਿਉਂ ਕੇਲੇ ਕੇ ਪਾਤ ਸੇ ਪਾਤ ਪਾਤ ਨਿਕਸਾਤ, ਜਿਉਂ ਬ੍ਰਾਹਮਣ ਕੀ ਜਾਤ ਸੇ ਜਾਤ ਜਾਤ ਨਿਕਸਾਤ। ਕਹਿੰਦੇ ਤਿਉਂ ਬ੍ਰਾਹਮਣ ਕੀ ਜਾਤ ਸੇ ਜਾਤ, ਭਾਵ ਕਿ ਜਿਵੇਂ ਕੇਲੇ ਦੇ ਪੱਤੇ ਨੂੰ ਚੁੱਕੀਏ ਤਾਂ ਹੇਠੋਂ ਦੂਸਰਾ ਪੱਤਾ ਨਿਕਲ ਆਉਂਦਾ, ਤਿਵੇਂ ਬ੍ਰਾਹਮਣਾਂ ਦੀ ਇੱਕ ਜਾਤ ਵਾਲੇ ਨੂੰ ਪੁੱਛੀਏ ਤਾਂ ਉਹ 10 ਜਾਤਾਂ ਹੋਰ ਦੱਸ ਦਿੰਦਾ। ਇਸ ਤਰ੍ਹਾਂ ਬ੍ਰਾਹਮਣ ਖਿੱਲਰ ਗਏ। ਇੱਕ ਜਾਤ ਦੂਸਰੀ ਜਾਤ ਨਾਲ ਨਫ਼ਰਤ ਕਰਨ ਲੱਗੀ, ਕਿਉਂਕਿ ਸ਼ੂਦਰ ਬੈਸ ਇਹ ਜਿਉਂ ਚੌਂ ਵਰਨਾਂ 'ਚ ਵੰਡਿਆ ਗਿਆ ਸੀਗਾ, ਉਹ ਇੱਕ ਦੂਜੇ ਨਾਲ ਘਿਰਨਾ ਕਰਨ ਲੱਗ ਗਏ। ਲੜਾਈਆਂ ਅਤੇ ਘਿਰਨਾ ਦੇ ਕਾਰਨ ਭਾਰਤ ਦੀ ਆਰਥਿਕ, ਸਮਾਜਿਕ ਅਤੇ ਰਾਜਸੀ ਸ਼ਕਤੀ ਖੇਰੂ ਹੋਣ ਲੱਗੀ। ਬ੍ਰਾਹਮਣਾਂ ਦੀ ਪਿੱਠ ਪਿੱਛੇ ਰਾਜਿਆਂ ਦੀ ਸ਼ਕਤੀ ਹੁੰਦੀ ਸੀ, ਕਿਉਂਕਿ ਬ੍ਰਾਹਮਣਾਂ ਨੂੰ ਪੂਜਿਆ ਜਾਂਦਾ ਸੀ, ਉਹਨਾਂ ਦੇ ਮਗਰ ਰਾਜੇ ਲੋਕ ਸੀ, ਉਹ ਤਾਂ ਪੂਜੇ ਜਾਂਦੇ ਸੀ, ਅਤੇ ਸ਼ੂਦਰਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਸੀ। ਇਸ ਲਈ ਉਹ ਬੈਸਾਂ ਅਤੇ ਸ਼ੂਦਰਾਂ ਨਾਲ ਬਹੁਤ ਬੁਰਾ ਵਰਤਾਓ ਕਰਨ ਲੱਗੇ ਸਾਰੇ ਰਲ ਕੇ। ਸ਼ੂਦਰਾਂ ਨੂੰ ਤਾਂ ਪਸ਼ੂ ਕੋਲੋਂ ਵੀ ਬੁਰਾ ਸਮਝਿਆ ਜਾਣ ਲੱਗਾ, ਪਸ਼ੂਆਂ ਤੋਂ ਵੀ ਬੁਰਾ ਸਮਝਣ ਲੱਗਿਆ ਸ਼ੂਦਰ ਨੂੰ। ਜਿਨ੍ਹਾਂ ਜਾਤਾਂ ਨੂੰ ਸ਼ੂਦਰ ਕਰਾਰ ਦਿੱਤਾ ਗਿਆ ਉਹਨਾਂ ਦੀ ਗਿਣਤੀ ਹਿੰਦ ਵਿੱਚ ਬਾਹਲੀ ਸੀ, ਬਹੁਤ ਜ਼ਿਆਦਾ ਸੀ। ਬਹੁਤੇ ਉਹ ਕਬੀਲੇ ਸਨ ਜੋ ਭਾਰਤ ਦੇ ਅਸਲੀ ਵਸਨੀਕ ਸਨ। ਕੋਲ, ਦਰਾਵੜ ਦੇ ਭੀਲ ਆਦਿਕ ਉੱਚੀਆਂ ਜਾਤਾਂ ਦੇ ਨਗਰਾਂ ਵਿੱਚ ਸ਼ੂਦਰਾਂ ਨੂੰ ਕੱਢ ਦਿੱਤਾ ਗਿਆ। ਕਈਆਂ ਪਿੰਡਾਂ ਦੇ ਵਿੱਚੋਂ ਉੱਚੀ ਜਾਤ ਵਾਲਿਆਂ ਨੇ ਸ਼ੂਦਰਾਂ ਨੂੰ ਕੱਢਤਾ। ਮੰਦਰਾਂ ਵਿੱਚ ਸ਼ੂਦਰ ਨਾ ਤਾਂ ਪੂਜਾ ਕਰਦਾ ਸੀ ਅਤੇ ਨਾ ਕੋਈ ਵੇਦ ਮੰਤਰ ਸੁਣ ਸਕਦਾ ਸੀ। ਸ਼ੂਦਰ ਨਾ ਤਾਂ ਸਾਧ ਸੰਗਤ ਕੋਈ ਸੁਣ ਸਕਦਾ ਸੀ ਅਤੇ ਨਾ ਉਹ ਬੋਲ ਸਕਦਾ, ਨਾ ਪਾਠ ਪੂਜਾ ਕਰ ਸਕਦਾ ਸੀ। ਦੱਖਣੀ ਹਿੰਦ ਵਿੱਚ ਕਈਆਂ ਸੜਕਾਂ ਉੱਤੇ ਸ਼ੂਦਰ ਤੁਰ ਵੀ ਨਹੀਂ ਸਕਦਾ ਸੀ। ਹਿੰਦੁਸਤਾਨ ਦੀਆਂ ਕਈਆਂ ਸੜਕਾਂ 'ਤੇ ਸ਼ੂਦਰ ਗਰੀਬ ਲੋਕ ਤੁਰ ਵੀ ਨਹੀਂ ਸੀ ਸਕਦੇ, ਐਡੀ ਦਿਸ਼ਾ ਭੈੜੀ ਹੋ ਗਈ ਸੀ। ਅਤੇ ਦੱਖਣੀ ਹਿੰਦ ਵਿੱਚ ਕਈ ਸ਼ੂਦਰ ਨਹੀਂ ਤੁਰ ਸਕਦੇ। ਸ਼ੂਦਰ ਤਰਨ ਨਾਲ ਸੜਨ ਮਿੱਟੀ ਭਿੱਟੀ ਜਾਂਦੀ ਸੀ। ਉਸ ਭਿੱਟੀ ਅਪਵਿੱਤਰ ਹੋਈ ਸੜਕ ਉੱਤੋਂ ਦੀ ਬ੍ਰਾਹਮਣ, ਕਸ਼ੱਤਰੀ ਅਤੇ ਬੈਸ ਨਹੀਂ ਤੁਰ ਸਕਦਾ ਸੀ। ਫਿਰ ਜਿੱਥੋਂ ਦੀ ਉਹ ਲੰਘ ਗਿਆ ਨਾ ਸ਼ੂਦਰ, ਉੱਥੋਂ ਦੀ ਫਿਰ ਪੰਡਤ ਨਹੀਂ ਸੀ ਤੁਰਦਾ, ਅਤੇ ਤੁਰੇ ਤਾਂ ਉਸ ਦਾ ਧਰਮ ਭ੍ਰਿਸ਼ਟ ਹੁੰਦਾ ਸੀ। ਖਾਣ ਪੀਣ, ਲਿਬਾਸ ਅਤੇ ਰਹਿਣੀ ਬਹਿਣੀ ਵਿੱਚ ਅੰਡਰਾਪਨ ਆ ਗਿਆ। ਇੱਥੇ ਹੀ ਬਸ ਨਹੀਂ, ਬ੍ਰਾਹਮਣਾਂ ਦੀ ਨੀਤੀ ਇੱਥੋਂ ਤੱਕ ਵੱਧ ਗਈ ਕਿ ਉਹ ਆਪਣੇ ਤੋਂ ਬਿਨਾਂ ਹੋਰ ਕਿਸੇ ਨੂੰ ਕੁਛ ਵੀ ਸੀ ਨਹੀਂ ਸਮਝਦਾ। ਬ੍ਰਾਹਮਣ ਆਪ ਹੀ ਵੱਡਾ ਸਮਝਦਾ ਸੀ ਆਪਦੇ ਆਪ ਨੂੰ, ਦੂਜੇ ਸ਼ੂਦਰਾਂ ਤਾਂ ਬਾਹਲਾ ਭੈੜਾ ਸਮਝਦਾ ਸੀ, ਬਹੁਤ ਜ਼ਿਆਦਾ। ਐਵੇਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਲਿਆ। 12ਵੀਂ ਸਦੀ ਵਿੱਚ ਹਿੰਦੂ ਸਮਾਜ ਅਤੇ ਬ੍ਰਾਹਮਣਾਂ ਦਾ ਕੀ ਦਸ਼ਾ ਸੀ, ਇਸ ਬਾਰੇ ਅੱਲਾ ਬਰੂਨੀ ਲਿਖਦਾ ਕਿ ਹਿੰਦੂ ਸਮਝਦਾ ਸੀ ਕਿ ਉਹਨਾਂ ਦਾ ਦੇਸ਼ ਭਾਰਤ ਵਰਸ ਤੋਂ ਬਿਨਾਂ ਹੋਰ ਕੋਈ ਦੇਸ਼ ਨਹੀਂ। ਉਹਨਾਂ ਵਰਗੀ ਕੋਈ ਕੌਮ ਨਹੀਂ। ਉਹਨਾਂ ਦੇ ਮਹਾਰਾਜੇ ਵਰਗਾ ਕੋਈ ਹੋਰ ਮਹਾਰਾਜਾ ਨਹੀਂ, ਨਾ ਕੋਈ ਉਹਨਾਂ ਦੇ ਵਰਗਾ ਧਰਮ ਹੈ। ਇਸ ਹੰਕਾਰ ਅਤੇ ਬੇਸਮਝੀ ਨੇ ਭਾਰਤ ਦੀ ਉੱਚਤਾ ਅਤੇ ਅਮੀਰੀ ਨੂੰ ਨੀਵਾਂ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹੋ ਜਿਹੀਆਂ ਗੱਲਾਂ ਹੋਣ ਲੱਗ ਗਈਆਂ ਨਾ ਭਾਰਤ ਦੇਸ਼ ਦੇ ਵਿੱਚ, ਅਤੇ ਭਾਰਤ ਦੇਸ਼ ਦੀ ਜਿਹੜੀ ਉੱਚਤਾ ਅਤੇ ਚੰਗੀ ਦਿਸ਼ਾ ਸੀ ਉਹ ਬਹੁਤ ਮਾੜੀ ਹੋਣ ਲੱਗ ਪਈ। ਬਹੁਤ ਜ਼ਿਆਦਾ ਸ਼ੂਦਰਾਂ ਦੇ ਨਾਲ ਬਾਹਮਣ ਸੀ ਜਿਹੜੇ ਦੁਰਦਸ਼ਾ ਕਰਨ ਲੱਗ ਪਏ। ਰਾਜੇ ਮਹਾਰਾਜੇ ਵੀ ਕਰਦੇ। ਜਥੇਬੰਦ ਮਜ਼ਬੂਤੇ ਰਾਜ ਦਾ ਅੰਤ ਹੋ ਗਿਆ।
ਜਥੇਬੰਦ ਮਜ਼ਬੂਤੇ ਰਾਜ ਦਾ ਅੰਤ ਹੋ ਗਿਆ ਅਤੇ ਸਾਰਾ ਦੇਸ਼ ਛੋਟੀਆਂ ਛੋਟੀਆਂ ਹਜ਼ਾਰਾਂ ਰਿਆਸਤਾਂ ਵਿੱਚ ਵੰਡਿਆ ਗਿਆ। ਉਹਨਾਂ ਰਿਆਸਤਾਂ ਦੀ ਇੱਕ ਦੂਸਰੀ ਰਿਆਸਤ ਨਾਲ ਜਾਨੀ ਦੁਸ਼ਮਣੀ ਰਹਿਣ ਲੱਗ ਪਈ। ਨਿੱਤ ਲੜਾਈਆਂ ਰਹਿੰਦੀਆਂ। ਅਮਨ ਦੇਸ਼ ਵਿੱਚੋਂ ਉੱਡ ਗਿਆ। ਇਸਤਰੀ ਬੱਚਿਆਂ ਨੂੰ ਜਨਮ ਦਿੰਦੀ ਅਤੇ ਬੱਚਿਆਂ ਨੂੰ ਪਾਲਦੀ ਅਤੇ ਸਿੱਖਿਆ ਦਿੰਦੀ ਹੈ। ਉਹਨਾਂ ਬੱਚਿਆਂ ਦੇ ਜਵਾਨੀ ਦੇ ਇਕੱਠ ਨੂੰ ਹੀ ਕਿਸੇ ਦੇਸ਼ ਦੀ ਕੌਮ ਮਿਥਿਆ ਜਾਂਦਾ ਹੈ। ਬ੍ਰਾਹਮਣ ਅਤੇ ਗਰੀਬ ਗ੍ਰੰਥਾਂ ਨੇ ਇਸਤਰੀ ਜਾਤੀ ਨੂੰ ਸ਼ੂਦਰ ਨਾਲੋਂ ਵੀ ਭੈੜਾ ਸਮਝ ਲਿਆ। ਪੰਡਤਾਂ ਨੇ ਵਾਹਿਗੁਰੂ ਇਸਤਰੀ ਜਾਤੀ ਨੂੰ ਤਾਂ ਕਹਿੰਦੇ ਤਾਂ ਬੱਚੇ ਜੰਮਣ ਵਾਲੀ ਹੈ ਅਤੇ ਇਹਨੂੰ ਇੰਨਾ ਭੈੜਾ ਸਮਝ ਲਿਆ ਸ਼ੂਦਰ ਇਹਨੇ ਪੰਡਤ ਜਾਤ ਨੇ ਜੋ ਭੈੜਾ ਸਮਝਿਆ। ਸਮਾਜਿਕ ਅਤੇ ਰਾਜਸੀ ਹਕੂਕ ਉਸ ਕੋਲੋਂ ਖੋਹ ਲਏ ਗਏ ਸਨ। ਉਹ ਸਿਰਫ ਬੱਚੇ ਨੂੰ ਜਨਮ ਦੇ ਸਕਦੀ, ਅੰਧ ਵਿਸ਼ਵਾਸੀ ਨਾਲ ਆਪਣੇ ਪਤੀ ਦੀ ਸੇਵਾ ਕਰ ਸਕਦੀ ਸੀ। ਇਸ ਤਰ੍ਹਾਂ ਹੋ ਗਿਆ ਤੂੰ ਆਪਦੇ ਪਤੀ ਦੀ ਸੇਵਾ ਕਰ ਸਕਦੀ ਹੈ, ਬੱਚੇ ਜਨਮ ਸਕਦੀ ਹੈ, ਬੋਲ ਨਹੀਂ ਤੂੰ ਹੋ ਸਕਦੀ। ਭਾਵੇਂ ਪਤੀ ਤੇਰਾ ਸ਼ਰਾਬੀ, ਪਾਪੀ, ਅੰਨਾ, ਲੂਲਾ ਜਾਂ ਤਬਦਿਕ ਦਾ ਬਿਮਾਰੀ ਹੋਵੇ, ਉਹ ਮਰਦ ਦੀ ਨਿੱਜੀ ਪੂੰਜੀ ਬਣ ਗਈ ਸੀ। ਇਸਤਰੀ ਸੀ ਜਿਹੜੀ। ਇਹ ਤਾਂ ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਿੰਦੁਸਤਾਨ ਦੇ ਵਿੱਚ ਆ ਕੇ ਸੁਧਾਰ ਕਰਿਆ। ਇੱਥੋਂ ਤਾਈਂ ਕਹਿੰਦੇ ਤੂੰ ਤਾਂ ਬੱਚੇ ਜੰਮਣ ਵਾਲੀ ਹੈ, ਬੱਚਿਆਂ ਨੂੰ ਇੱਕ ਪਾਲਣ ਵਾਲੀ ਹੈ। ਪਤੀ ਤੇਰਾ ਕਹੇ ਜਾ ਵੀ ਹੋਵੇ ਉਹਨੂੰ ਤੂੰ ਕੁਛ ਕਹਿ ਨਹੀਂ ਸਕਦੀ। ਇਸ ਤਰ੍ਹਾਂ ਸਾਧ ਸੰਗਤ ਇਸ ਤਰ੍ਹਾਂ ਦੇ ਨਰਾਦਰ ਦਾ ਇਹ ਫਲ ਹੋਇਆ ਕਿ ਹੌਲੀ ਹੌਲੀ ਇਸਤਰੀ ਮਰਦ ਨਾਲ ਘਿਰਣਾ ਕਰਨ ਲੱਗੀ। ਕਰਨੀ ਹੀ ਸੀ ਸਾਧ ਸੰਗਤ ਜਦੋਂ ਪਤੀ ਉਹਨੂੰ ਸਮਝਦਾ ਹੀ ਕੁਛ ਨਹੀਂ ਸੀ। ਪਤੀ ਨਹੀਂ ਸੀ ਸਮਝਦਾ, ਹੋਰ ਵੀ ਨਹੀਂ ਸੀ ਕੋਈ ਸਮਝਦਾ। ਉਹ ਬੱਚੇ ਨੂੰ ਜਨਮ ਤਾਂ ਜ਼ਰੂਰ ਦਿੰਦੀ ਪਰ ਧਿਆਨ ਨਾਲ ਪਾਲਦੀ ਨਾ ਹੀ ਕੋਈ ਸਿੱਖਿਆ ਦਿੰਦੀ। ਬੱਚੇ ਮੂਰਖ ਅਤੇ ਅੰਗਹੀਣੇ ਹੋਣ ਲੱਗ ਪਏ ਕਿਉਂ ਜਦੋਂ ਮਾਤਾ ਨੇ ਬੱਚੇ ਨੂੰ ਸਾਂਭਣਾ ਨਹੀਂ, ਪਾਲਣਾ ਨਹੀਂ, ਬੱਚੇ ਲੰਗੇ ਲੂਡੇ ਇਸ ਤਰ੍ਹਾਂ ਹੋਣ ਲੱਗ ਪਏ। ਘਰ ਵਿੱਚ ਲੜਾਈ ਝਗੜੇ ਰਹਿਣ ਦੇ ਕਾਰਨ ਘਰਾਂ ਦੇ ਵਿੱਚੋਂ ਸ਼ਾਂਤੀ ਅਤੇ ਸੁੱਖ ਉੱਡ ਗਏ। ਉੱਥੇ ਸ਼ਾਂਤੀ ਕੀ ਰਹਿਣੀ ਹੈ ਜਿੱਥੇ ਇਸਤਰੀ ਨੂੰ ਸਮਝਿਆ ਹੀ ਕੁਛ ਨਹੀਂ ਜਾਂਦਾ, ਨਾ ਬੈਸ ਸ਼ੂਦਰ ਨੂੰ ਸਮਝਿਆ ਜਾਂਦਾ। ਭਾਰਤ ਦੇ ਘਰ ਜਿੱਥੇ ਸਵਰਗ ਦਾ ਨਮੂਨਾ ਸਨ ਉੱਥੇ ਸਾਰੇ ਨਰਕ ਬਣ ਗਏ। ਇਸਤਰੀ ਮਰਦ ਦੇ ਪਿਆਰ ਦੀ ਖਿੱਚ ਖਤਮ ਹੋ ਗਈ। ਘਰੇਲੂ ਜੀਵਨ ਤੋਂ ਘਬਰਾ ਕੇ ਮੂਰਖ ਮਰਦ ਸਾਧੂ ਹੋਣ ਲੱਗਿਆ, ਸਾਧੂ ਬਣਨ ਲੱਗ ਗਏ। ਕਰਾਹੇ ਤੁਰਿਆ ਦਰ ਦਰ 'ਤੇ ਮੰਗ ਖਾਣ, ਜੰਗਲਾਂ ਵਿੱਚ ਇਕੱਲਾ ਬੈਠ ਕੇ ਸਰੀਰ ਨੂੰ ਸਾੜਨ ਵਿੱਚ ਸੁੱਖ ਅਤੇ ਸ਼ਾਂਤੀ ਸਮਝਣ ਲੱਗ ਪਿਆ। ਜਿਹੜਾ ਮਨੁੱਖ ਸੀ ਨਾ ਘਰੋਂ ਤੰਗ ਹੋ ਕੇ ਜਦੋਂ ਸ਼ਾਂਤੀ ਭੰਗ ਹੋ ਗਈ ਅਤੇ ਨਾ ਸ਼ਾਂਤੀ ਰਹਿਣੀ ਨਾ ਸੁੱਖ ਰਹਿਣੇ, ਸਾਰਾ ਕੁਛ ਤਾਂ ਉੱਡ ਪੁੱਡ ਗਿਆ ਜਦੋਂ ਝਗੜੇ ਹੋਣ ਲੱਗ ਗਏ ਘਰਾਂ 'ਚ। ਜਿਹੜਾ ਮਰਦ ਸੀ ਨਾ ਫਿਰ ਉਹਦੀ ਜਿਹੜੀ ਮਰਦ ਦਾ ਪਿਆਰ ਸੀ ਉਹ ਇੱਕ ਦੂਜੇ 'ਚੋਂ ਖਤਮ ਹੋ ਗਿਆ। ਘਰੇਲੂ ਜੀਵਨ ਤੋਂ ਘਬਰਾ ਕੇ ਮੂਰਖ ਮਰਦ ਸਾਧੂ ਬਣਨ ਲੱਗ ਪਏ। ਕਰਾਹੇ ਤੁਰੇ ਦਰ ਦਰ ਤੋਂ ਮੰਗ ਕੇ ਖਾਣ ਲੱਗੇ। ਜੰਗਲਾਂ ਵਿੱਚ ਇਕੱਲਾ ਬੈਠ ਕੇ ਸਰੀਰ ਨੂੰ ਸਾੜਨ ਲੱਗ ਪਿਆ। ਅੱਗ ਧੂਣੀ ਦੇ ਲੈਣੀ, ਠੰਡੇ ਪਾਣੀ ਉੱਤੇ ਪਵਾ ਲੈਣੇ। ਸੁੱਖ ਅਤੇ ਸ਼ਾਂਤੀ ਸਮਝਣ ਲੱਗਾ। ਮਨ ਦੀ ਭੜਕਣਾ ਵੱਧ ਗਈ। ਜਿਹੜਾ ਬੰਦਾ ਬਾਹਰ ਨਿਕਲ ਜਾਂਦਾ ਸਾਧ ਸੰਗਤ ਦੇ ਮਨ ਦੀ ਭੜਕਣਾ ਬਹੁਤ ਵੱਧ ਜਾਂਦੀ ਹੈ। ਇਸ ਤੋਂ ਬਾਅਦ ਇਸਲਾਮ ਮਤ। ਹੁਣ ਇਸਲਾਮ ਦੀ ਬਾਨੀ ਮੁਹੰਮਦ ਹੋਇਆ। ਇਹ ਸੰਨ 570 ਈਸਵੀ ਨੂੰ ਮੱਕੇ ਸ਼ਹਿਰ ਵਿੱਚ ਜੰਮਿਆ ਅਤੇ 62 ਸਾਲ ਦੀ ਆਯੂ ਭੋਗ ਕੇ ਮਦੀਨੇ ਵਿੱਚ ਇਸ ਨੇ ਚਲਾਣਾ ਕੀਤਾ। ਮੁਹੰਮਦ ਨੇ ਮੱਧ ਏਸ਼ੀਆ ਦੇ ਪੁਰਾਣੇ ਜਵਨੀ ਮਤ ਦਾ ਆਸਰਾ ਲੈ ਕੇ ਇੱਕ ਨਵਾਂ ਮਤ ਚਲਾਇਆ। ਉਸ ਮਤ ਦਾ ਨਾਮ ਇਸਲਾਮ ਰੱਖਿਆ। ਇਸਲਾਮ ਬਹੁਤ ਵੱਧ ਗਿਆ ਸੀ ਗੁਰੂ ਨਾਨਕ ਵੇਲੇ। ਉਸ ਦੇ ਪੁਜਾਰੀਆਂ ਨੂੰ ਮੁਸਲਮਾਨ ਆਖਿਆ ਜਾਣ ਲੱਗਿਆ।
ਅੰਜੀਲ ਦੇ ਮੁਕਾਬਲੇ 'ਤੇ ਕੁਰਾਨ ਨਵਾਂ ਗ੍ਰੰਥ ਰਚਿਆ। ਕੁਰਾਨ ਮੁਸਲਮਾਨਾਂ ਨੇ, ਮੁਹੰਮਦ ਨੇ ਇੱਕ ਨਵਾਂ ਗ੍ਰੰਥ ਰਚ ਲਿਆ ਕੁਰਾਨ। ਹੁਣ ਮੁਹੰਮਦ ਦੇ ਚਲਾਣੇ ਪਿੱਛੋਂ ਜੋ ਮਨੁੱਖ ਇਸਲਾਮ ਦੇ ਵਾਰਸ ਗੱਦੀ ਨਸ਼ੀਨ ਬਣੇ, ਉਹਨਾਂ ਨੂੰ ਖਲੀਫੇ ਮੁਹੰਮਦ ਦੇ ਯਾਰ ਆਖਿਆ ਜਾਂਦਾ। ਖਲੀਫੇ, ਉਹਨਾਂ ਖਲੀਫਿਆਂ ਨੇ ਫੈਸਲਾ ਕੀਤਾ ਕਿ ਇਸਲਾਮ ਨੂੰ ਜਗਤ ਧਰਮ ਬਣਾਉਣ ਬਦਲੇ ਜੋ ਜੋ ਕੁਰਬਾਨੀ ਕਰਨੀ ਪਵੇ ਉਹ ਕੀਤੀ ਜਾਵੇ। ਇਸ ਤਰ੍ਹਾਂ ਆਪਦੇ ਵਿੱਚ ਧਰਮ ਬਣਾ ਲਿਆ। ਡਰ ਅਤੇ ਲਾਲਚ ਦਾ ਹਥਿਆਰ ਵਰਤਣਾ ਪਵੇ ਤਾਂ ਉਸ ਦੇ ਵਰਤਣ ਦੇ ਵਿੱਚ ਢਿੱਲ ਨਾ ਕੀਤੀ ਜਾਵੇ। ਕਹਿੰਦੇ ਨਾ ਤਾਂ ਲਾਲਚ ਦੇਵੋ, ਜੇ ਲਾਲਚ ਦੇ ਵੱਸ ਨਾ ਹੋਣ ਤਾਂ ਫਿਰ ਹਥਿਆਰ ਵਰਤੋ। ਇਸ ਨਿਸ਼ਾਨੇ ਨੂੰ ਮਿਥ ਕੇ ਅਰਬ ਦੇ ਮੁਸਲਮਾਨ ਮੱਧ ਏਸ਼ੀਆ ਦੇ ਚਗਿਰਦੇ ਫਿਰਨ ਲੱਗੇ, ਹੋਰ ਦੇਸ਼ਾਂ ਦੇ ਵਿੱਚ ਜਾ ਕੇ ਵੜਨ ਲੱਗ ਪਏ, ਖਿੱਲਰ ਗਏ। ਫਿਰ ਭਾਰਤ ਦੇ ਉੱਤੇ ਮੁਸਲਮਾਨਾਂ ਦੇ ਹਮਲੇ। ਹੁਣ ਸਭ ਪੁਰਾਣੇ ਸਮੇਂ ਵਿੱਚ ਹਿੰਦੁਸਤਾਨ ਅਤੇ ਅਰਬ ਦੇਸ਼ਾਂ ਦੀ ਵਪਾਰਕ ਬਹੁਤ ਸਾਂਝ ਸੀ। ਵਪਾਰਕ ਦੀ ਸਮੁੰਦਰੀ ਜਹਾਜ਼ਾਂ ਅਤੇ ਧਰਤੀ ਦੇ ਰਸਤਿਆਂ ਰਾਹੀਂ ਮਾਲ ਜਾਂਦਾ ਅਤੇ ਆਉਂਦਾ ਸੀ। ਸੰਨ 712 ਈਸਵੀ ਵਿੱਚ ਬਸਰਾ ਦੇ ਵਪਾਰੀਆਂ ਦਾ ਜਹਾਜ਼ ਸਿੰਧ ਦੀ ਬੰਦਰਗਾਹ ਦੇ ਉੱਤੇ ਲੁੱਟਿਆ ਗਿਆ। ਜਹਾਜ਼ ਵਾਲੇ ਬਸਰੇ ਜਾ ਕੇ ਰੋਏ ਕਿ ਹਿੰਦੂਆਂ ਨੇ ਉਹਨਾਂ ਦੇ ਜਹਾਜ਼ ਦਾ ਸਾਰਾ ਮਾਲ ਲੁੱਟ ਲਿਆ। ਵੀ ਹਿੰਦੂਆਂ ਨੇ। ਬਸਰੇ ਦੇ ਗਵਰਨਰ ਹਾਜਜ ਨੇ ਸਿੰਧ ਦੇ ਰਾਜਾ ਧੀਰ ਕੋਲੋਂ ਇਸ ਲੁੱਟ ਦੀ ਜਵਾਬ ਤਲਬੀ ਕੀਤੀ, ਪਰ ਧੀਰ ਨੇ ਉਸ ਦਾ ਕੋਈ ਉੱਤਰ ਨਾ ਦਿੱਤਾ। ਇਸ ਗੁੱਸੇ ਵਿੱਚ ਹਾਜਸ ਨੇ ਆਪਣੇ ਭਤੀਜੇ ਮੁਹੰਮਦ ਬਿਨ ਕਾਸਮ ਨੂੰ 6000 ਘੋੜ ਸਵਾਰ ਅਤੇ 3000 ਮੁਸਲਮਾਨਾਂ ਦਾ ਪਹਿਲਾ ਹਮਲਾ ਸੀ। ਸਿੰਧ ਵਿਚਲੀਆਂ ਛੋਟੀਆਂ ਛੋਟੀਆਂ ਰਿਆਸਤਾਂ ਕਾਸਮ ਦਾ ਮੁਕਾਬਲਾ ਨਾ ਕਰ ਸਕੀਆਂ। ਇੱਕੜ ਦੁੱਕੜ ਹਿੰਦੂ ਸਾਰੀਆਂ ਰਿਆਸਤਾਂ ਨੂੰ ਉਸਨੇ ਫਤਿਹ ਕਰ ਲਿਆ। ਉਹ ਕਰਾਚੀ ਤੋਂ ਮਲਤਾਨ ਤੱਕ ਪੁੱਜਾ। ਇਹ ਸਾਰਾ ਇਲਾਕਾ ਬਹੁਤ ਅਮੀਰ ਸੀ। ਕਾਸਮ ਦੇ ਆਦਮੀਆਂ ਨੇ ਜੀ ਖੁੱਲ੍ਹ ਕੇ ਰੁਪਈਏ, ਸੋਨੇ, ਚਾਂਦੀ, ਕੱਪੜੇ ਅਤੇ ਹੁਸਨ ਦੀਆਂ ਲੁੱਟਾਂ ਕੀਤੀਆਂ। ਕੁੜੀਆਂ ਨੂੰ, ਜਨਾਨੀਆਂ ਨੂੰ ਲੈ ਜਾਂਦੇ ਸੀ ਮੁਸਲਮਾਨ। ਸੋਨਾ ਚਾਂਦੀ ਨਹੀਂ ਛੱਡਿਆ ਹਿੰਦੁਸਤਾਨ ਦੇ ਵਿੱਚ। ਸੋਹਣੀਆਂ ਜਨਾਨੀਆਂ ਨਹੀਂ ਛੱਡੀਆਂ, ਉਹ ਵੀ ਲੁੱਟ ਕੇ ਲੈ ਜਾਂਦੇ ਸੀ, ਬੰਨ੍ਹ ਕੇ ਲੈ ਜਾਂਦੇ ਸੀ। ਬਹੁਤ ਲੁੱਟਾਂ ਲੁੱਟੀਆਂ। ਹੁਸਨ ਇਸਤਰੀਆਂ ਦੀ ਲੁੱਟ ਵਿੱਚ ਰਾਜਾ ਧੀਰ ਦੀਆਂ 2 ਸੁੰਦਰ ਜਵਾਨ ਅਤੇ ਮੁਟਿਆਰ ਧੀਆਂ ਸਰਈਆ ਦੇਵੀ ਅਤੇ ਪਰਮਲਾ ਦੇਵੀ ਸਨ। ਇਹਨਾਂ ਦੋਹਾਂ ਕੁੜੀਆਂ ਦੀ ਜਵਾਨੀ ਅਤੇ ਸੁੰਦਰਤਾ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਉਸ ਟਾਈਮ। ਹਰ ਤਰ੍ਹਾਂ ਦੀ ਲੁੱਟ ਦੇ ਮਾਲ ਨੂੰ ਇਸਲਾਮ ਦੀ ਰੂਹ ਅਨੁਸਾਰ ਮਾਲੇ ਗਨੀਮਤ ਆਖਿਆ ਜਾਂਦਾ ਹੈ। ਸਿੰਧ ਨੂੰ ਲੁੱਟਣ ਅਤੇ ਸ਼ਹਿਰਾਂ ਨੂੰ ਬਰਬਾਦ ਕਰਨ ਪਿੱਛੋਂ ਜਦੋਂ ਕਾਸਮ ਬਸਰੇ ਪੁੱਜਾ ਤਾਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸਲਾਮ ਦੇ ਦਸਤੂਰ ਅਨੁਸਾਰ ਲੁੱਟ ਦੇ ਮਾਲ ਵਿੱਚੋਂ ਕੁਝ ਹਿੱਸਾ ਧਰਮ ਦੇ ਆਗੂ ਖਲੀਫੇ ਨੂੰ ਵੀ ਦਿੱਤਾ ਜਾਣਾ ਜ਼ਰੂਰੀ ਹੈ। ਭਾਰਤ ਵਿੱਚੋਂ ਇਸ ਵਾਸਤੇ ਉਸ ਮਾਲ ਵਿੱਚੋਂ ਸੋਨਾ, ਚਾਂਦੀ, ਤਮੀ ਅਤੇ ਹੀਰੇ ਭੇਜਣ ਦੇ ਨਾਲ ਬਸਰੇ ਦੇ ਗਵਰਨਰ ਹਾਜ਼ਰ ਨੂੰ ਖਲੀਫੇ ਨੂੰ ਧੀਰ ਦੀਆਂ ਦੋਵੇਂ ਲੜਕੀਆਂ ਵੀ ਭੇਜ ਦਿੱਤੀਆਂ, ਜਿਹੜੀਆਂ ਉਹ ਲੈ ਕੇ ਆਏ ਸੀ ਹਿੰਦੁਸਤਾਨ 'ਚੋਂ, ਜਿਨ੍ਹਾਂ ਨੂੰ ਕਹਿੰਦੇ ਸੋਹਣੀਆਂ ਬਾਹਲੀਆਂ ਸਨ। ਉਹ ਲੜਕੀਆਂ ਵੀ ਉਸ ਖਲੀਫੇ ਨੂੰ ਭੇਜ ਦਿੱਤੀਆਂ। ਬਾਕੀ ਦੀਆਂ ਜਵਾਨ ਲੜਕੀਆਂ ਨੂੰ ਅਰਬ ਦੀਆਂ ਮੰਡੀਆਂ ਵਿੱਚ ਵੇਚਿਆ ਗਿਆ। ਅੱਜ ਵੀ ਆਪਾਂ ਨੂੰ ਜਿਹੜੇ ਆਪਣੇ ਉੱਧਰ ਪੱਤਰਕਾਰ ਜਾਂਦੇ ਆ ਨਾ, ਜਿੱਥੇ ਉਹ ਮੰਡੀਆਂ ਲੱਗਦੀਆਂ ਸੀ, ਉਹ ਜਗ੍ਹਾ ਦਿਖਾਉਂਦੇ ਆ ਆਪਣੇ ਸਿੱਖ ਬੱਚੇ, ਜਿਹੜੇ ਪੱਤਰਕਾਰ ਦੇ ਰੂਪ 'ਚ ਜਾ ਕੇ ਉੱਧਰ ਆਪਾਂ ਨੂੰ ਦਿਖਾਉਂਦੇ ਆ। ਜਿੱਥੇ ਮੰਡੀ ਲੱਗਦੀ ਹੁੰਦੀ ਸੀ ਨਾ ਕਾਬਲ ਕੰਧਾਰ ਦੇ ਵਿੱਚ, ਉਹ ਜਗ੍ਹਾ ਹਲੇ ਉਵੇਂ ਹੀ ਪਈ ਆ। ਸਾਧ ਸੰਗਤ
ਮੰਡੀਆਂ ਵਿੱਚ ਵੇਚਿਆ ਗਿਆ। ਕਾਸਮ ਦੀ ਪਹਿਲੀ ਲੁੱਟ ਤੇ ਫਤਿਹ ਦਾ ਫਲ ਇਹ ਹੋਇਆ ਕਿ ਅਰਬ ਦੇ ਭੁੱਖੇ ਤੇ ਵਹਿਸੀ ਮੁਸਲਮਾਨ ਸਿਰਫ ਲੁੱਟ ਵਾਸਤੇ ਭਾਰਤ ਉੱਤੇ ਹਮਲਾ ਕਰਨ ਲੱਗੇ। ਖਲੀਫੇ ਤੇ ਰਜਵਾੜੇ ਲੋਕਾਂ ਦੀਆਂ ਸਹਾਇਤਾ ਕਰਦੇ। ਸਾਰੇ ਦੇਸ਼ਾਂ ਵਿੱਚ ਇਹ ਨਾਅਰਾ ਲਾਇਆ ਗਿਆ ਕਿ ਸੋਨੇ ਦੀ ਚਿੜੀਆ ਹਿੰਦ ਨੂੰ ਲੁੱਟੋ ਤੇ ਹਿੰਦੂਆਂ ਨੂੰ ਮੁਸਲਮਾਨ ਬਣਾਓ। ਇਸਲਾਮ ਦੇ ਬਾਨੀ ਦਾ ਨਾਅਰਾ ਸੀ। ਜਦੋਂ ਇਸਲਾਮ ਬਣਿਆ ਨਾ, ਇਹ ਮੁਸਲਮਾਨ ਜਦੋਂ ਬਣੇ, ਉਹਨਾਂ ਦਾ ਇਹ ਨਾਅਰਾ ਸੀ, ਕਹਿੰਦੇ ਹਿੰਦੂਆਂ ਨੂੰ ਲੁੱਟੋ ਤੇ ਉਹ ਸੋਨੇ ਦੀ ਚਿੜੀ ਜਿਹੜੀ ਹਿੰਦੁਸਤਾਨ ਹੈ ਤੇ ਇਹਨਾਂ ਨੂੰ ਮੁਸਲਮਾਨ ਵੀ ਬਣਾਓ। ਇਸਲਾਮ ਦੇ ਬਾਨੀ ਦਾ ਨਾਅਰਾ ਸੀ ਕਿ ਧਰਮ ਇਸਲਾਮ ਇੱਕ ਅੱਲਾ ਖੁਦਾ, ਇੱਕ ਰਾਜ ਤੇ ਇੱਕ ਕੌਮ ਹੈ। ਇਸੇ ਨਾਅਰੇ ਦੇ ਆਧਾਰ 'ਤੇ ਖਲੀਫਿਆਂ ਨੇ ਸਾਰੇ ਮੁਸਲਮਾਨ ਰਾਜਾਂ ਨੂੰ ਜਥੇਬੰਦ ਕੀਤਾ ਤੇ ਸੂਬਿਆਂ ਵਿੱਚ ਵੰਡ ਕੇ ਉਹਨਾਂ ਦੇ ਰਾਜ ਪ੍ਰਬੰਧ ਗਵਰਨਰ ਨੇ ਮੁਕਰਰ ਕੀਤੇ। ਕੇਂਦਰੀ ਤਾਕਤ ਖਲੀਫੇ ਦੇ ਹੱਥ ਹੁੰਦੀ ਸੀ ਤੇ ਹੌਲੀ ਹੌਲੀ ਸੂਬੇਦਾਰ ਖਿਲਾਫਤ ਖੁਦਗਰਜੀ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਗਈ। ਸੂਬਿਆਂ ਤੇ ਗਵਰਨਰ ਕੇਂਦਰ ਨਾਲੋਂ ਵੱਟ ਕੇ ਸੁਤੰਤਰ ਰਾਜ ਕਾਇਮ ਕਰ ਬੈਠੇ। ਸਾਰਾ ਰਾਜ ਤੁਰਕਾਂ ਤੇ ਅਫਗਾਨਾਂ ਦੇ ਹੱਥ ਵਿੱਚ ਆ ਗਿਆ। ਕਈ ਸੁਤੰਤਰ ਰਾਜ ਕਾਇਮ ਹੋ ਗਏ। ਇਹਨਾਂ ਨਵੇਂ ਬਣੇ ਬਾਦਸ਼ਾਹ ਨੇ ਭਾਰਤ ਨੂੰ ਲੁੱਟਣ ਦੀ ਨੀਤ ਧਾਰ ਲਈ। ਸੁਬਕਦੀਨ ਨੇ 10ਵੀਂ ਸਦੀ ਦੇ ਅਖੀਰ ਵਿੱਚ ਹਮਲਾ ਕੀਤਾ। ਉਹਦੇ ਪਿੱਛੋਂ ਸੁਲਤਾਨ ਮਹਿਮੂਦ 1000 ਤੋਂ 1026 ਵਿੱਚ ਤੱਕ ਤੇ 17 ਹਮਲੇ ਕੀਤੇ। ਉਹਨਾਂ 17 ਹਮਲਿਆਂ ਵਿੱਚ ਸਾਰੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ। ਹਿੰਦੂ ਰਾਜਿਆਂ ਦੀ ਖੇਰੂ ਹੋਈ ਸ਼ਕਤੀ ਮਹਿਮੂਦ ਨੂੰ ਰੋਕ ਨਾ ਸਕੀ। ਸੋਮਨਾਥ ਤੇ ਕਾਂਗੜੇ ਦੇ ਮੰਦਰਾਂ ਨੂੰ ਕਈ ਵਾਰ ਉਸਨੇ ਲੁੱਟਿਆ। ਲੁੱਟਾਂ ਤੇ ਮਾਰਾਂ ਦਾ ਤਬਾਹ ਹੋਇਆ ਤੇ ਡਰਿਆ ਹੋਇਆ ਹਿੰਦੂ ਸਮਾਜ ਵੇਦਾਂ ਦੇ ਧਰਮਾਂ ਨੂੰ ਤਿਆਗ ਕੇ ਮੁਸਲਮਾਨ ਹੋਣ ਲੱਗ ਪਿਆ। ਹਿੰਦੂ ਮੁਸਲਮਾਨਾਂ ਦੇ ਰਾਜਿਆਂ ਤੋਂ ਡਰ ਕੇ ਮੁਸਲਮਾਨ ਬਣਨ ਲੱਗ ਗਿਆ। ਹਿੰਦੂ ਹੌਲੀ ਹੌਲੀ ਲੁਟੇਰੇ ਹਿੰਦੁਸਤਾਨ ਦੇ ਸੁਲਤਾਨ ਬਣ ਬੈਠੇ। ਆਏ ਲੁੱਟਣ ਸੀ ਤੇ ਰਾਜੇ ਬਣ ਕੇ ਬਹਿ ਗਏ ਹਿੰਦੁਸਤਾਨ ਦੇ ਵਿੱਚ ਬੈਠੇ ਤੇ ਦਿੱਲੀ ਵਿੱਚ ਰਾਜ ਕਰਨ ਲੱਗੇ। ਉਸ ਵੇਲੇ ਕੀ ਰਾਜਾ ਕੀ ਕੰਗਾਲ, ਜੋ ਇਸਲਾਮ ਧਾਰਨ ਕਰੇ ਸੋ ਬਚੇ, ਜੋ ਨਾ ਕਰੇ ਉਹ ਮਰੇ। ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੂ ਸੀ ਨਾ, ਜੇ ਤਾਂ ਇਸਲਾਮ ਧਰਮ ਦੇ ਵਿੱਚ ਆ ਜਾਂਦੇ ਸੀ ਤਾਂ ਬਚ ਜਾਂਦੇ ਸੀ, ਜਿਹੜੇ ਨਹੀਂ ਆਉਂਦੇ ਸੀ ਉਹਨਾਂ ਨੂੰ ਮਾਰ ਦਿੰਦੇ ਸੀ। ਉਦੋਂ ਕਾਰਜ ਚੱਲ ਪਿਆ ਸੀ ਮੁਸਲਮਾਨਾਂ ਵੱਲੋਂ। ਆਏ ਤਾਂ ਅਸੀਂ ਲੁੱਟਣ ਤੇ ਬਣ ਕੇ ਬਹਿ ਗਏ, ਰਾਜ ਕਰਨ ਲੱਗ ਗਏ। 1026 ਈਸਵੀ ਤੋਂ 1469 ਈਸਵੀ ਤੱਕ ਦਿੱਲੀ ਤੇ ਪੰਜਾਬ ਵਿੱਚ ਗਜਨਵੀ, ਗੌਰੀ ਤੁਗਲਕ, ਗੁਲਾਮ ਆਦਿਕ ਕਈ ਖਾਨਦਾਨਾਂ ਨੇ ਰਾਜ ਕੀਤਾ ਹਿੰਦੁਸਤਾਨ ਵਿੱਚ। ਇਹਨਾਂ ਨੇ ਹਿੰਦੂ ਨੂੰ ਆਪਣਾ ਘਰ ਤੇ ਦੇਸ਼ ਨਾ ਸਮਝਿਆ। ਹਿੰਦੂ ਨੂੰ ਆਪਣਾ ਘਰ ਤੇ ਦੇਸ਼ ਨਾ ਸਮਝਿਆ, ਦਿਲ ਖੋਲ੍ਹ ਕੇ ਲੁੱਟਿਆ ਤੇ ਮੁਸਲਮਾਨ ਕੀਤੇ ਸਾਰੇ। ਦੇਸ਼ ਦੀ ਧਾਰਮਿਕ, ਸਮਾਜਿਕ, ਰਾਜਸੀ ਅਤੇ ਅਖਲਾਕੀ ਦਸ਼ਾ ਬਹੁਤ ਮੰਦੀ ਕਰ ਦਿੱਤੀ ਹਿੰਦੁਸਤਾਨ ਦੀ ਇਹਨਾਂ ਮੁਸਲਮਾਨਾਂ ਨੇ, ਗਜਨਵੀ ਵਰਗਿਆਂ ਨੇ। ਇੱਕ ਤੁਗਲਕ ਤੇ ਗੌਰੀ ਮੁਹੰਮਦ, ਗੁਲਾਮ, ਇਹ ਸਾਰੇ ਲੁੱਟਣ ਆਏ ਸੀ। ਇਹਨਾਂ ਖਾਨਦਾਨਾਂ ਨੇ ਰਾਜ ਕੀਤਾ। ਇਹਨਾਂ ਹਿੰਦੂਆਂ ਨੂੰ ਆਪਣਾ ਘਰ-ਬਾਰ ਲੁੱਟ ਲਿਆ ਇਹਨਾਂ ਦਾ। 1469 ਈਸਵੀ ਦਾ ਹਿੰਦੁਸਤਾਨ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ
ਆਏ ਨਾ ਜਨਮ ਹੋਇਆ, ਉਦੋਂ ਦਾ ਹਿੰਦੁਸਤਾਨ ਕੀ ਸੀ। 1469 ਈਸਵੀ ਵਿੱਚ ਦਿੱਲੀ ਦਾ ਸੁਲਤਾਨ ਬਹਿਲੋਲ ਲੋਧੀ ਰਾਜਾ ਸੀ। ਦਿੱਲੀ, ਸਰਹੰਦ, ਮੁਲਤਾਨ ਤੇ ਲਾਹੌਰ ਉੱਤੇ ਇਸ ਦਾ ਰਾਜ ਸੀ। ਬਾਕੀ ਸਾਰੇ ਭਾਰਤ ਵਿੱਚ ਨਿੱਕੇ ਵੱਡੇ ਹਜ਼ਾਰਾਂ ਆਜ਼ਾਦ ਰਾਜੇ ਸਨ। ਪਰਜਾ ਦਾ ਲੂ ਦੁਖੀ ਸੀ, ਇੰਨੀ ਪਰਜਾ ਦੁਖੀ ਸੀ ਬੇਹੱਦ, ਕਿਉਂਕਿ ਹਿੰਦੂ ਸੀ। ਹਿੰਦੂਆਂ ਨੂੰ ਕੁੱਟਿਆ ਮਾਰਿਆ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾਂਦੀ ਸੀ, ਪੈਸਾ ਲੁੱਟਿਆ ਜਾਂਦਾ, ਸੋਨਾ ਚਾਂਦੀ ਨਹੀਂ ਛੱਡਿਆ, ਬਹੁਤ ਜ਼ਿਆਦਾ ਦੁਖੀ ਸੀ। ਮੁਸਲਮਾਨ ਸੁਲਤਾਨ ਤੇ ਨਵਾਬ ਹਿੰਦੂਆਂ ਨੂੰ ਤੰਗ ਕਰਨ ਵਿੱਚ ਖੁਦਾ ਦੀ ਭਗਤੀ ਸਮਝਦੇ ਸੀ। ਹਿੰਦੂਆਂ ਨੂੰ ਤਾਂ ਜਿੰਨਾ ਕੁੱਟਿਆ ਵੱਢਿਆ ਜਾਵੇ, ਕਹਿੰਦੇ ਇਹ ਰੱਬ ਦੀ ਭਗਤੀ, ਜਿੰਨਾ ਜ਼ਿਆਦਾ ਖੂਨ ਡੋਲੂ ਨਾ। ਅੱਜ ਵੀ ਮੁਹੰਮਦ ਦੇ ਵਿੱਚ ਇਹ ਆ, ਮੁਸਲਮਾਨਾਂ ਦੇ ਵਿੱਚ ਜਿੰਨਾ ਕੋਈ ਜ਼ਿਆਦਾ ਖੂਨ ਡੋਲੂਗਾ ਓਨਾ ਹੀ ਇਹ ਪਰਮੇਸ਼ਰ ਦੇ ਨੇੜੇ ਹੋਣਗੇ। ਸਭ ਦੇ ਤੇ ਹਿੰਦੂਆਂ ਨੂੰ ਲੁੱਟਿਆ ਮਾਰਿਆ ਤੇ ਧੱਕੇ ਨਾਲ ਮੁਸਲਮਾਨ ਕੀਤਾ ਜਾਂਦਾ ਸੀ। ਹਿੰਦੂਆਂ 'ਤੇ ਵਾਧੂ ਟੈਕਸ ਲਾਏ ਜਾਂਦੇ ਸਨ। ਹਿੰਦੂ ਦੇ ਧਰਮ ਵਿੱਚ ਖਾਹ ਰੁਕਾਵਟਾਂ ਪਾਈਆਂ ਜਾਂਦੀਆਂ ਸਨ। ਦੇਵੀਆਂ ਤੇ ਦੇਵਤਿਆਂ ਦੇ ਮੰਦਰ ਬੁੱਤਾਂ ਨੂੰ ਤੋੜ ਕੇ ਤਬਾਹ ਕੀਤਾ ਜਾਂਦਾ ਸੀ। ਮੁਹੰਮਦ ਦੇ ਚੇਲੇ ਕੁਰਾਨ ਸਰਾ ਉੱਤੇ ਭਰੋਸਾ ਰੱਖਣ ਵਾਲੇ ਅਖਲਾਕੀ ਤੌਰ 'ਤੇ ਇੰਨੇ ਗਿਰ ਗਏ। ਮੁਹੰਮਦ ਦੇ ਚੇਲੇ ਕੁਰਾਨ ਸਰਾ ਦੇ ਉੱਤੇ ਭਰੋਸਾ ਰੱਖਣ ਵਾਲੇ ਅਖਲਾਕੀ ਤੌਰ 'ਤੇ ਇੰਨੇ ਗਿਰ ਗਏ ਕਿ ਸ਼ਰਾਬ, ਮਾਸ, ਭਿਆਚਾਰ ਵਿੱਚ ਖਚਤ ਰਹਿੰਦੇ। ਕਿਸੇ ਜਵਾਨ ਬਹੂ ਬੇਟੀ ਦੀ ਅਸਮਤ ਸੁਰੱਖਿਆ ਤਾਂ ਨਹੀਂ ਸੀ। ਲਾਲਚ, ਕੁਕਰਮ ਤੇ ਪਾਪ ਦੀ ਕਾਲੀ ਬੋਲੀ ਹਨੇਰੀ ਨਾਲ ਸੱਚ, ਧਰਮ ਤੇ ਸੁੱਧ ਚੱਲਣ ਦੱਬਿਆ ਤੇ ਲੁਕੋਇਆ ਗਿਆ। ਝੂਠ ਅਡਾਰੀਆਂ ਮਾਰਨ ਲੱਗਿਆ ਤੇ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਠਾਕਰ ਦੁਆਰੇ ਢਾਏ ਕੇ ਤਹਿ ਡਿਉੜੀ ਮਸੀਤ ਅਸਾਰਾ, ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ। ਕਹਿੰਦੇ ਕਾਫਰ, ਮੁਲਹਿਦ, ਅਰਮਨੀ, ਰੂਮੀ, ਜੰਗੀ, ਦੁਸ਼ਮਣ ਦਾਰਾ, ਪਾਪੇ ਦਾ ਵਰਤਿਆ ਵਰਤਾਰਾ। ਸਾਰੇ ਦੇਸ਼ ਵਿੱਚ ਬਦਅਮਨੀ, ਬਦ ਅਖਲਾਕੀ, ਗਰੀਬੀ ਤੇ ਦੁਰਾਚਾਰੀ ਇੰਝ ਫੈਲੀ ਹੋਈ ਸੀ ਜਿਵੇਂ ਰਾਜ ਦਾ ਵਾਰਸ ਕੋਈ ਨਹੀਂ ਸੀ। ਧਾਰਮਿਕ ਆਗੂਆਂ ਮੁਖੀਆਂ ਦਾ ਨਿਰਾਲਾ ਹੀ ਹਾਲ ਸੀ। ਕੁਝ ਤਾਂ ਲਾਲਚੀ ਦੁਰਾਚਾਰੀ ਹੋ ਚੁੱਕੇ ਸਨ। ਗੁੰਡਿਆਂ, ਲਟੇਰਿਆਂ ਤੇ ਰਾਜ ਦੇ ਮੁਖੀਆਂ ਕੋਲੋਂ ਡਰੀ ਗਰੀਬ ਜਨਤਾ ਜਦੋਂ ਸਾਧੂਆਂ, ਪੰਡਤਾਂ ਤੇ ਮਲਾਣਿਆਂ ਪਾਸ ਆਉਂਦੀ ਕਿ ਉਸ ਦੇ ਦੁੱਖ ਦੂਰ ਹੋਣ, ਸ਼ਾਂਤੀ ਹਾਸਲ ਹੋਵੇ, ਤਾਂ ਉਪਰੋਕਤ ਧਾਰਮਿਕ ਮੁਖੀ ਕਈਆਂ ਮਿੱਠਿਆਂ ਢੰਗਾਂ ਨਾਲ ਜਨਤਾ ਨੂੰ ਲੁੱਟਦੇ। ਜੋ ਨੇਕ ਤੇ ਵਾਹਿਗੁਰੂ ਦੇ ਭੈ ਵਾਲੇ ਸਨ, ਉਹ ਸੰਸਾਰ ਨੂੰ ਅਸ਼ਾਂਤ ਦੇ ਕੇ ਆਪਣੇ ਸਰੀਰ ਨੂੰ ਕਸ਼ਟਾਂ ਤੋਂ ਬਚਾਉਣ ਬਦਲੇ ਪਹਾੜਾਂ ਦੀਆਂ ਚੋਟੀਆਂ ਤੇ ਗਾਰਾਂ ਵਿੱਚ ਜਾ ਲੁਕੇ। ਜਿਹੜੇ ਚੰਗੇ ਮਨੁੱਖ ਸੀ, ਸਾਰਾ ਜਗਤ ਸੜ ਰਿਹਾ ਸੀ। ਉਹ ਹਿਮਾਲਾ ਦੀ ਬਰਫ਼ ਵਿੱਚੋਂ ਸ਼ਾਂਤੀ ਅਤੇ ਸ਼ੀਤਲਤਾ ਲੱਭਣ ਦਾ ਯਤਨ ਕਰ ਰਹੇ ਸਨ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਪਾਪ ਗਰਾਸੀ ਪ੍ਰਿਥਵੀ, ਧੌਲ ਖੜਾ ਤਰ ਹੇਠ ਪਕਾਲਾ, ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਅਤਾਰਾ। ਜੋਗੀ ਗਿਆਨ ਬਹੋਣਿਆ ਨਿਸ ਦਿਨ ਅੰਗ ਲਗਾਏ ਇਸ਼ਾਰਾ, ਬਾਝ ਗੁਰੂ ਡੁੱਬਾ ਜਗ ਸਾਰਾ। ਪਰਮੇਸ਼ਰ ਤੋਂ ਬਿਨਾਂ ਸਾਰਾ ਜਗ ਡੁੱਬਿਆ। ਐਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਨਹੀਂ ਲਿਆ, ਐਵੇਂ ਛੇਵੇਂ ਪਾਤਸ਼ਾਹ ਨੇ ਜਨਮ ਨਹੀਂ ਲਿਆ, ਐਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਨਹੀਂ ਲਿਆ। ਤਾਂ ਲਿਆ ਸੀ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੁਸਲਮਾਨ ਸੀ, ਇੰਨਾ
ਦੁਖੀ ਕੀਤਾ ਹੋਇਆ ਸੀ ਹਿੰਦੁਸਤਾਨ ਨੂੰ। ਬਹੂ ਬੇਟੀ ਦੀ ਇੱਜ਼ਤ ਹੈ ਨਹੀਂ ਸੀ ਹਿੰਦੂਆਂ ਦੀ, ਘਰ ਲੁੱਟੇ ਜਾਂਦੇ ਸੀ, ਰੋਟੀ ਖਾਣ ਨੂੰ ਨਹੀਂ ਸੀ ਮਿਲਦੀ, ਬੁਰਾ ਹਾਲ ਸੀ। ਸਾਰੇ ਦੇਸ਼ ਵਿੱਚ ਬਦਅਮਨੀ ਤੇ ਅਖਲਾਕੀ, ਗਰੀਬੀ ਤੇ ਦੁਰਾਚਾਰੀ। ਕੁਦਰਤ ਦਾ ਨੇਮ ਹੈ, ਜਦੋਂ ਧਰਤੀ ਉੱਤੇ ਵਸਣ ਵਾਲੀ ਜਨਤਾ ਦੁਖੀ ਹੋਵੇ, ਕੁਦਰਤ ਦਾ ਨੇਮ ਆ ਸਾਧ ਸੰਗਤ, ਆਪਾਂ ਕਹਿੰਦੇ ਜਿਹੜੀ ਧਰਤੀ ਆ ਉਹ ਪੁਕਾਰਾਂ ਕਰਦੀ ਆ, ਫਿਰ ਜਦੋਂ ਦੁਖੀ ਹੋ ਜੇ ਫਿਰ ਨਿਰੰਕਾਰ ਨੂੰ ਕੋਈ ਆਪਦਾ ਮਨੁੱਖ ਪੂਰਾ ਮਰਦ ਘੱਲਦੀ ਆ ਫਿਰ ਧਰਤੀ 'ਤੇ। ਕੁਦਰਤ ਦਾ ਨੇਮ ਹੈ, ਜਦੋਂ ਧਰਤੀ ਉੱਤੇ ਵਸਣ ਵਾਲੀ ਜਨਤਾ ਦੁਖੀ ਹੋਵੇ ਤਾਂ ਈਸ਼ਵਰ ਆਪਣੀ ਸਰਬ ਸ਼ਕਤੀ ਨਾਲ ਕਿਸੇ ਐਸੇ ਮਹਾਂਪੁਰਖ ਅਵਤਾਰ ਨੂੰ ਭੇਜਦਾ ਹੈ ਜੋ ਜਗਤ ਸੁਧਾਰ ਕਰਕੇ ਅਸ਼ਾਂਤ, ਦੁਖੀ ਤੇ ਭੁੱਖੀ ਨੰਗੀ ਜਨਤਾ, ਮਨੁੱਖਤਾ ਨੂੰ ਹੱਥ ਦੇ ਕੇ ਰੱਖਦਾ ਹੈ, ਭੁੱਲਿਆਂ ਨੂੰ ਰਾਹ ਪਾਉਂਦਾ ਹੈ, ਅਧਰਮੀਆਂ ਨੂੰ ਸਹੀ ਧਰਮ ਦਾ ਰਾਹ ਦੱਸਦਾ ਹੈ ਤੇ ਜ਼ਾਲਮਾਂ ਦੇ ਦਿਲਾਂ ਨੂੰ ਮੋਮ ਕਰਦਾ ਹੈ। ਅਕਾਲ ਪੁਰਖ ਆਪੇ ਮਿਹਰ ਕਰਕੇ ਆਪਣੀ ਮਨੁੱਖਤਾ ਨੂੰ ਬਲ ਦੇ ਭੱਠਾਂ ਵਿੱਚੋਂ ਕੱਢ ਕੇ ਸ਼ਾਂਤ ਕਰਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਬਾਲ ਲੀਲਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੁਣ ਜਨਮ ਲੈਣਾ, ਧਰਤੀ ਨੇ ਕਰੀ ਪੁਕਾਰ ਬਈ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਬਹੁਤ ਦੁਖੀ ਹਾਂ, ਮੇਰੇ ਤੇ ਬੜੇ ਵੱਡੇ ਵੱਡੇ ਪਾਪ ਹੋ ਰਹੇ, ਮੈਂ ਝੱਲ ਨਹੀਂ ਸਕਦੀ, ਹੁਣ ਤੂੰ ਆਪ ਪਹੁੰਚ। ਅਸ਼ਾਂਤ ਬਾਜੂ ਮੰਡਲ ਵਿੱਚ ਪਾਪਾਂ ਵਿੱਚ ਗਰਸੇ ਜੀਵਾਂ ਨੂੰ ਬਚਾਉਣ ਬਦਲੇ ਅਕਾਲ ਪੁਰਖ ਨੇ ਮਿਹਰ ਕੀਤੀ ਪਾਪਾਂ ਦੇ ਬਦਲੇ ਭਾਂਬੜਾਂ ਨੂੰ ਬੁਝਾਉਣ ਵਾਸਤੇ ਸ੍ਰੀ ਗੁਰੂ ਨਾਨਕ ਜੀ ਨੂੰ ਇਸ ਸੰਸਾਰ 'ਤੇ ਮਨੁੱਖ ਰੂਪ ਧਾਰ ਕੇ ਭੇਜਿਆ। ਦਰਿਆ ਰਾਵੀ ਤੋਂ ਪਾਰ ਬਾਰ ਦੇ ਛੋਟੇ ਜਿਹੇ ਪਿੰਡ ਤਲਵੰਡੀ ਰਾਏ ਭੋਏ ਵਿੱਚ ਇੱਕ ਵਿਸਾਖ ਸੁਦੀ 3 ਸੰਮਤ ਮੁਤਾਬਕ 15 ਅਪ੍ਰੈਲ 1469 ਈਸਵੀ ਨੂੰ ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੁੱਖ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ। ਆਪ ਜੀ ਦੇ ਪਿਤਾ ਦਾ ਸ਼ੁਭ ਨਾਮ ਮਹਿਤਾ ਕਲਿਆਣ ਦਾਸ ਸੀ, ਪਰ ਸਾਰੇ ਮਹਿਤਾ ਕਾਲੂ ਆ ਕੇ ਬੁਲਾਉਂਦੇ ਸਨ। ਆਪ ਬੇਦੀ ਕੁਲ ਦੇ ਸੂਰਜ ਸਨ। ਬਾਲ ਨੇ ਜਨਮ ਲਿਆ ਮਾਤਾ ਤ੍ਰਿਪਤਾ ਜੀ। ਪਿਤਾ ਕਾਲੂ ਜੀ ਅਤੇ ਬਾਕੀ ਪਰਿਵਾਰ ਨੂੰ ਬੇਅੰਤ ਹੀ ਖੁਸ਼ੀ ਹੋਈ। ਮਹਿਤਾ ਕਾਲੂ ਦੀ ਪਹਿਲੀ ਲੜਕੀ ਦਾ ਨਾਮ ਨਾਨਕੀ ਸੀ, ਕਿਉਂਕਿ ਉਸਨੇ ਆਪਣੇ ਨਾਨਕੇ ਪਿੰਡ ਜਨਮ ਲਿਆ ਸੀ। ਇਸ ਕਰਕੇ ਇਸ ਅਕਾਲ ਪੁਰਖੀ ਰੂਹ ਦਾ ਦੁਨਿਆਵੀ ਨਾਮ ਵੀ ਨਾਨਕ ਰੱਖਿਆ ਗਿਆ। ਇਸ ਅਕਾਲ ਪੁਰਖੀ ਰੂਹ ਦਾ ਦੁਨਿਆਵੀ ਨਾਮ ਨਾਨਕ ਰੱਖਿਆ ਗਿਆ। ਮਹਿਤਾ ਕਾਲੂ ਪਿੰਡ ਦੇ ਮਾਲਕ ਰਾਏ ਬਲਾਰ ਦਾ ਮੁਨਸ਼ੀ ਮੁਖਤਿਆਰੇ ਆਮ ਸੁਣਿਆ। ਤੇ ਮੁਖੀ ਸੀ, ਸਾਰੇ ਬੜਾ ਸਤਿਕਾਰ ਕਰਦੇ ਸਨ। ਜਦੋਂ ਲੋਕਾਂ ਨੇ ਸੁਣਿਆ ਕਿ ਕਾਲੂ ਜੀ ਦੇ ਗ੍ਰਹਿ ਲੜਕੇ ਨੇ ਜਨਮ ਲਿਆ ਤਾਂ ਸਭ ਮਾਈ ਭਾਈ ਵਧਾਈਆਂ ਦੇਣ ਵਾਸਤੇ ਦੌੜੇ। ਬਾਜੇ ਵਜਾਏ ਗਏ ਤੇ ਗੁੜ ਵੰਡਿਆ ਗਿਆ। ਨੰਗਿਆਂ ਭੁੱਖਿਆਂ ਨੂੰ ਵਸਤਰ ਤੇ ਭੋਜਨ ਨਾਲ ਤ੍ਰਿਪਤ ਕੀਤਾ ਗਿਆ। ਹੁਣ ਹਰਦਿਆਲ ਦਾਸ ਪੰਡਤ ਦਾ ਦੀਦਾਰ ਕਰਨਾ। ਉਸ ਵੇਲੇ ਹਰ ਵੇਲੇ ਹਿੰਦੂ ਘਰਾਣੇ ਦਾ ਇੱਕ ਕੁਲ ਪੁਰੋਹਿਤ ਹੁੰਦਾ ਸੀ। ਉਹ ਜੋਤਿਸ਼ ਵਿੱਦਿਆ ਦੇ ਅਸਰ ਜਨਮੇ ਬਾਲਕ ਦੀ ਜਨਮ ਪੱਤਰੀ ਲਿਖਦਾ ਸੀ। ਵਿਆਹ ਕੁੜਮਾਈ ਵੇਲੇ ਸ਼ਾਹੇ ਦਾ ਦੱਸਦਾ
ਤੇ ਹੋਰ ਧਾਰਮਿਕ ਰਸਮਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਦਿੰਦਾ ਸੀ। ਲੜਕੇ ਨੇ ਜਨਮ ਲਿਆ। ਸੁਣ ਕੇ ਮਹਿਤਾ ਕਾਲੂ ਜੀ ਵੀ ਆਪਣੇ ਕੁੱਲ ਪ੍ਰੋਤ ਹਰਦਿਆਲ ਵੱਲ ਨੱਸੇ ਗਏ, ਭੱਜ ਕੇ ਗਏ। ਉਹਨਾਂ ਨੂੰ ਜਾ ਕੇ ਖੁਸ਼ੀ ਦੀ ਖਬਰ ਦਿੱਤੀ। ਨਾਲ ਹੀ ਆਖਿਆ, ਪ੍ਰੋਹਤ ਜੀ ਜਨਮ ਪੱਤਰੀ ਤਿਆਰ ਕਰੋ, ਜਨਮ ਪੱਤਰੀ ਬੱਚੇ ਦੀ ਜਨਮ ਪੱਤਰੀ ਤਿਆਰ ਕਰੋ। ਮਹਿਤਾ ਜੀ ਜਨਮ ਪੱਤਰੀ ਤਿਆਰ ਹੋ ਜਾਵੇਗੀ, ਪਰ ਮੈਂ ਬਾਲਕ ਦਾ ਚਿਹਰਾ ਤੱਕਣਾ ਚਾਹੁੰਦਾ ਹਾਂ। ਹਰਦਿਆਲ ਦਾ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੈਂ ਚਿਹਰਾ ਤੱਕਣਾ ਚਾਹੁੰਦਾ ਵੀ ਬਾਲਕ ਕਹੇ ਜਾਏ। ਮੇਰੀ ਥਿੱਤ ਪੱਤਰਕਾ ਤੇ ਜੋਤਿਸ਼ ਵਿੱਦਿਆ ਦੱਸ ਰਹੀ ਹੈ ਕਿ ਆਪ ਦੇ ਗ੍ਰਹਿ, ਆਪ ਦੇ ਘਰੇ ਜਿਸ ਬਾਲਕ ਨੇ ਜਨਮ ਲਿਆ ਹੈ ਉਹ ਕੋਈ ਆਮ ਲੜਕਾ ਨਹੀਂ ਹੈ। ਮਹਿਤਾ ਕਾਲੂ ਨੂੰ ਕਹਿੰਦਾ, ਤੇਰੇ ਘਰੇ ਜਿਹੜੇ ਬੱਚੇ ਨੇ ਜਨਮ ਲਿਆ ਹੈ ਉਹ ਆਮ ਲੜਕਾ ਨਹੀਂ ਹੈ, ਸਗੋਂ ਬਹੁਤ ਵੱਡਾ ਪ੍ਰਤਾਪੀ ਹੈ। ਪ੍ਰੋਹਤ ਹਰਦਿਆਲ ਨੇ ਜੋਤਿਸ਼ ਦਾ ਗ੍ਰੰਥ ਦੇਖਣ ਪਿੱਛੋਂ ਆਖਿਆ ਸੀ। ਮਹਿਤਾ ਕਾਲੂ ਜੀ ਨੇ ਆਖਿਆ, ਹੁਣ ਮੇਰੇ ਸਾਥ ਚੱਲੋ, ਮੇਰੇ ਘਰੇ ਚੱਲੋ। ਉਸ ਵੇਲੇ ਹਰਦਿਆਲ ਕਾਲੂ ਜੀ ਦੇ ਘਰ ਆ ਗਿਆ। ਦਾਈ ਨੇ ਬੱਚੇ ਦੇ ਦਰਸ਼ਨ ਕਰਵਾ ਦਿੱਤੇ। ਜਦੋਂ ਪ੍ਰੋਹਤ ਨੇ ਦਰਸ਼ਨ ਕੀਤੇ ਤਾਂ ਪ੍ਰੋਹਤ ਦਾ ਸਿਰ ਝੁਕ ਗਿਆ। ਉਸਨੇ ਬਾਲਕ ਨੂੰ ਮੱਥਾ ਟੇਕਿਆ। ਜਦੋਂ ਦਾਈ ਕੋਲੋਂ ਪੁੱਛਿਆ ਗਿਆ, ਉਸਨੇ ਦੱਸਿਆ, ਮਹਾਰਾਜ ਕੀ ਦੱਸਾਂ, ਬੱਚੇ ਦੇ ਜਨਮ ਵੇਲੇ ਕੋਠੇ ਵਿੱਚ ਚਾਨਣ ਹੋ ਗਿਆ ਸੀ। ਸਾਰਾ ਕੋਠਾ ਚਾਨਣ ਨਾਲ ਭਰ ਗਿਆ, ਸੁਗੰਧੀਆਂ ਨਾਲ ਭਰ ਗਿਆ। ਜਦੋਂ ਕੋਠਾ ਜਨਮ ਲਿਆ ਬੱਚੇ ਨੇ, ਚਿੱਟਾ ਚਾਨਣ, ਕਈ ਤਰ੍ਹਾਂ ਦੀਆਂ ਗੰਮੀ ਆਵਾਜ਼ਾਂ ਆਈਆਂ, ਵਧਾਈ ਹੋਵੇ, ਵਧਾਈ ਹੋਵੇ, ਵਧਾਈ ਹੋਵੇ। ਪਰ ਵਧਾਈ ਦੇਣ ਵਾਲਾ ਕੋਈ ਨੇੜੇ ਨਹੀਂ ਦਿਸਿਆ। ਬੱਚਾ ਉਹਨਾਂ ਨੂੰ ਦੇਖ ਕੇ ਮੁਸਕਰਾ ਰਿਹਾ ਸੀ ਵੀ ਇਹ ਅਚਰਜ ਕਥਾ। ਦਾਈ ਕਹਿਣ ਲੱਗੀ ਵੀ ਜਦੋਂ ਬੱਚੇ ਨੇ ਜਨਮ ਲਿਆ ਨਾ ਤੇ ਬੈਠਕ ਦੇ ਅੰਦਰ ਚਾਨਣ ਹੋ ਗਿਆ ਤੇ ਸੁਗੰਧੀਆਂ ਨਾਲ ਘਰ ਭਰ ਗਿਆ ਤੇ ਵਧਾਈਆਂ ਦੇਣ ਵਾਲੇ ਜਿਹੜੇ ਦੇਵਤੇ ਸੀ ਸਾਨੂੰ ਤਾਂ ਨਹੀਂ ਦਿਸੇ। ਬੱਚੇ ਨੂੰ ਵਧਾਈਆਂ ਵਧਾਈਆਂ ਕਹਿੰਦੇ ਸੀ ਤੇ ਬੱਚਾ ਮੁਸਕਰਾਈਆਂ ਹੱਸ ਰਿਹਾ ਸੀ। ਜਦੋਂ ਇਹ ਗੱਲ ਦੱਸੀ ਤਾਂ ਬੱਚਾ ਮੁਸਕਰਾ ਪਿਆ। ਸਿਆਣਿਆਂ ਵਾਂਗ ਮੁਸਕਰਾਉਣ ਪਿੱਛੋਂ ਰੋਇਆ ਹੈ। ਚਿਹਰੇ ਦੇ ਉੱਪਰ ਸੁਨਹਿਰੀ ਝਲਕਾਂ ਦਾ ਚੱਕਰ ਸੀ। ਬੱਚੇ ਦੇ ਸਿਰ ਪਰ ਮਨੁੱਖ ਨਹੀਂ, ਅਵਤਾਰ ਹੈ ਕੋਈ। ਇਹ ਜਗਤ ਨੂੰ ਭਵ ਸਾਗਰ ਤੋਂ ਤਾਰਨ ਵਾਲਾ ਪ੍ਰਗਟਿਆ ਹੈ। ਮਿੱਟੀ ਧੁੰਦ ਪ੍ਰਗਟ ਹੋਇਆ। ਆਖਦਾ ਹੋਇਆ ਪ੍ਰੋਹਤ ਹਰਦਿਆਲ ਖੁਸ਼ੀ ਨਾਲ ਦੀਵਾਨਾ ਹੋ ਕੇ ਘਰ ਨੂੰ ਚਲਿਆ ਗਿਆ। ਇੰਨੀ ਖੁਸ਼ੀ ਹੋਈ ਹਰਦਿਆਲ ਦਾਸ ਨੂੰ ਤੇ ਦੀਵਾਨਾ ਹੀ ਹੋ ਗਿਆ। ਘਰ ਜਾ ਕੇ ਉਸਨੇ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਤਿਆਰ ਕੀਤੀ। ਸਾਧ ਸੰਗਤ ਜਿਹੜੀ ਕਥਾ ਵਿਚਾਰ ਆ ਇੱਥੋਂ ਸਮਾਪਤ ਕਰਦੇ ਹਾਂ। ਕਥਾ ਵਿਚਾਰ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ। ਅੱਗੇ ਵਾਸਤੇ ਸੁੱਧ ਬੁੱਧ ਚਾਓ ਭਾਓ ਬਖਸ਼ੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜਨਮ ਸਾਖੀ ਆ ਸਾਧ ਸੰਗਤ। ਜਿੰਨਾ ਵੀ ਉਸ ਵੇਲੇ ਦਾ ਹਿੰਦੁਸਤਾਨ ਦੇ ਵਿੱਚ ਜੋ ਵੀ ਹਿੰਦੁਸਤਾਨ ਦੇ ਉੱਪਰ ਵਾਪਰਿਆ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆ ਕੇ ਦੂਰ ਕੀਤਾ ਹੈ। 10 ਪਾਤਸ਼ਾਹੀਆਂ ਨੂੰ ਤਾਂ ਜਨਮ ਲੈਣਾ ਪਿਆ। ਕੱਲ੍ਹ ਨੂੰ ਸਤਿਗੁਰੂ ਜੀ ਦੀ ਬਾਲ ਲੀਲਾ ਤੋਂ ਸ਼ੁਰੂ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਲੈ ਲਿਆ। ਜਨਮ ਲੈ ਕੇ ਵਧਾਈਆਂ ਲੋਕ ਦੇਣ ਲੱਗ ਪਏ। ਹੁਣ ਉਹਨਾਂ ਦੀ ਬਾਲ ਲੀਲਾ ਕਿਸ ਤਰ੍ਹਾਂ ਦੀ ਹੋਵੇਗੀ ਉਹ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ। ਕਥਾ ਵਿਚਾਰ ਕਰਦਿਆਂ ਤੋਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।